ਹੈਲੋ ਗਾਇਸ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਦਾ ਜੋ ਮੋਡਿਊਲ ਹੈ ਰੀਡਿੰਗ ਦੇ ਉੱਪਰ, ਤੇ ਬੇਸਿਕਲੀ ਅੱਜ ਰੀਡਿੰਗ ਦੇ ਵਿੱਚ ਟਿਪਸ ਤੇ ਟ੍ਰਿਕਸ ਅਪਲਾਈ ਜਿਹੜੀਆਂ ਹੁੰਦੀਆਂ ਉਹਨਾਂ ਦੇ ਬਾਰੇ ਦੱਸੂਗਾ ਕਿ ਕਿੱਦਾਂ ਤੁਸੀਂ ਕਰ ਸਕਦੇ ਹੋ। ਲਾਈਕ ਇੱਕ ਪੈਸੇਜ ਸੋਲਵ ਕਰਦੇ ਆ, ਨਾਲ ਨਾਲ ਆਪਾਂ ਕਿ ਮੈਂ ਕਿੱਦਾਂ ਅੰਡਰਸਟੈਂਡ ਕਰਦਾ। ਸੋ ਉੱਦਾਂ ਹੀ ਤੁਸੀਂ ਕਰਨੀ ਹੈ ਟ੍ਰਿਕ ਅਪਲਾਈ, ਤੇ ਤੁਸੀਂ ਵੀ ਆਪਣਾ ਰੀਡਿੰਗ ਦੇ ਵਿੱਚ 8+ ਸਕੋਰ ਕਰ ਸਕਦੇ ਹੋ। ਸੋ ਬੇਸਿਕਲੀ ਜਿਹੜੀ ਟ੍ਰਿਕ ਹੈ ਇਹ ਜਿਹੜੇ ਬੱਚੇ ਪੰਜਾਬ ਬੋਰਡ 'ਚ ਪੜ੍ਹੇ ਆ, ਜਾਂ ਬੇਸਿਕਲੀ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਆ ਅੰਡਰਸਟੈਂਡ ਕਰਨ ਦੇ ਵਿੱਚ, ਉਹ ਇਸ ਟ੍ਰਿਕ ਨੂੰ ਅਪਲਾਈ ਕਰ ਸਕਦੇ ਆ, ਤੇ ਡੈਫੀਨੇਟਲੀ ਉਹਨਾਂ ਦੇ ਵਿੱਚ ਇੰਪਰੂਵਮੈਂਟ ਹੋਊਗੀ ਜੀ। ਦੈਨ ਦੇਖਦੇ ਆਪਾਂ। ਤੋ ਰੀਡਿੰਗ ਦਾ ਜੋ ਨਾਮ ਹੈ ਉਹ ਹੈਗਾ ਸਰਵਾਈਵਲ ਫਰੋਮ ਦਾ ਸਕਾਈ। ਤੇ ਆਪਾਂ ਆਪਣੇ ਜਿਹੜੇ ਕੁਐਸਚਨ ਨੇ, ਫਸਟ ਕੁਐਸਚਨ ਹੈਗਾ ਹਾਊ ਓਲਡ ਵਾਜ਼ ਯੂਲੇਨ ਐਟ ਦ ਟਾਈਮ ਆਫ ਦ ਕ੍ਰੈਸ਼। ਸੋ ਕਿੰਨੇ ਸਾਲ ਦੀ ਸੀ ਉਹ ਜੂਲੇਨ, ਤੇ ਜਦੋਂ ਉਹ ਟਾਈਮ ਆਫ ਦਾ ਕ੍ਰੈਸ਼, ਕਿ ਜਦੋਂ ਐਕਸੀਡੈਂਟ ਹੋਇਆ ਤਾਂ ਕਿੰਨੇ ਟਾਈਮ ਦੀ ਸੀ। ਵਾਟ ਇਜ਼ ਹਰ ਆਕੂਪੇਸ਼ਨ ਨਾਓ, ਹੁਣ ਉਹ ਕੀ ਕੰਮ ਕਰਦੀ ਆ। ਵਾਟ ਵਾਜ਼ ਦਾ ਕਾਜ਼ ਆਫ ਦਾ ਪਲੇਨ ਕ੍ਰੈਸ਼, ਸੋ ਕੀ ਕਾਰਨ ਸੀ ਪਲੇਨ ਕ੍ਰੈਸ਼ ਹੋਣ ਦਾ। ਸੋ ਪਹਿਲਾਂ ਹੈਗੇ ਕੁਐਸਚਨ ਜਿਹੜੇ ਆਪਣੇ ਡਾਇਰੈਕਟ ਆਨਸਰ ਦੇਣੇ ਇਹਨਾਂ ਦੇ। ਦੈਨ ਮਲਟੀਪਲ ਚੋਇਸ ਕੁਐਸਚਨ ਹੈ ਫੋਰਥ, ਵਾਟ ਹੈਪਨ ਟੂ ਦਾ ਪਲੇਨ, ਪਲੇਨ ਨਾਲ ਕੀ ਹੋਇਆ ਸੀ ਉਹ ਪੜ੍ਹਨਾ ਹੈ। ਵਿਚ ਆਫ ਦਾ ਫੋਲੋਇੰਗ ਡਿਡ ਨੋਟ ਹੈਲਪ ਟੂ ਸਲੋ ਹਰ ਫਾਲ, ਜੋ ਡਿੱਗਣ ਦੇ ਵਿੱਚ ਜੋ ਡਿੱਗੀ ਆ ਉਹ, ਤਾਂ ਉਹਦੇ ਵਿੱਚ ਕਿਹੜੀ ਚੀਜ਼ ਸੀ ਜਿਹਨੇ ਹੈਲਪ ਨਹੀਂ ਕੀਤੀ ਉਹਨੂੰ ਹੌਲੀ ਹੋਣ ਦੇ ਵਿੱਚ। ਨੈਕਸਟ, ਵਿਚ ਆਫ ਦਾ ਫੋਲੋਇੰਗ ਇੰਜਰੀਜ਼ ਡਿਡ ਸ਼ੀ ਸਸਟੇਨ, ਕਿ ਉਹਨੂੰ ਕਿਹੜੀਆਂ ਜਿਹੜੀਆਂ ਇੰਜਰੀਜ਼ ਸੀ ਹੋਈਆਂ ਸੀ, ਤਾਂ ਉਸ ਚੀਜ਼ ਦੇ ਉੱਪਰ ਦੱਸਣਾ ਹੈ। ਨੈਕਸਟ, ਵਾਟ ਹੈਲਪਡ ਹਰ ਟੂ ਸਰਵਾਈਵ, ਕਿਹੜੀ ਚੀਜ਼ ਨੇ ਉਹਨੂੰ ਸਰਵਾਈਵ ਕਰਨ ਦੇ ਵਿੱਚ ਮਦਦ ਕੀਤੀ ਸੀ। ਵਾਟ ਵਾਜ਼ ਦਾ ਬਿਗੇਸਟ ਥ੍ਰੈਟ ਟੂ ਹਰ ਸਰਵਾਈਵਲ, ਸੋ ਕਿਹੜਾ ਖਤਰਾ ਸੀ ਉਸ ਦੇ ਸਰਵਾਈਵਲ ਦੇ ਵਿੱਚ। ਨੈਕਸਟ ਵੀ ਚਲੋ ਪੜ੍ਹ ਹੀ ਲੈਂਦੇ, 8 ਹੋ ਗਏ। ਦੈਨ ਕੀ ਆ, ਹਾਊ ਲੌਂਗ ਵਾਜ਼ ਸ਼ੀ ਲੋਸਟ ਇਨ ਦ ਜੰਗਲ। ਸੋ ਹਾਊ ਲੌਂਗ ਵਾਜ਼, ਕੀ ਕਿੰਨਾ ਟਾਈਮ, 3 ਦਿਨ 5 ਦਿਨ 10 ਦਿਨ 15 ਦਿਨ ਉਹਨਾਂ ਦੇ ਵਿੱਚ ਦੱਸਿਆ ਹੋਊਗਾ। ਹਾਊ ਵਾਜ਼ ਸ਼ੀ ਫਾਈਨਲੀ ਰੈਸਕਿਊਡ, ਕਿ ਕਿੱਦਾਂ ਉਹ ਬਚਾਈ ਗਈ। ਠੀਕ ਹੈ ਜੀ। ਆ ਸਰਚ ਪਾਰਟੀ ਫਾਊਂਡ ਹਰ ਇਨ ਜੰਗਲ, ਸਰਚ ਪਾਰਟੀ ਨੇ ਬਚਾਇਆ, ਨੇਟਿਵ ਹੰਟਰ ਨੇ ਬਚਾਇਆ। ਸ਼ੀ ਸਿਗਨਲਡ ਪਲੇਨ ਫਰੋਮ ਅ ਰਿਵਰ, ਉਹਨੇ ਪਲੇਨ ਨੂੰ ਰਿਵਰ ਤੋਂ ਵਿੱਚੋਂ ਸਿਗਨਲ ਭੇਜਤਾ। ਸ਼ੀ ਰੀਚਡ ਆ ਕੈਂਪ ਸਾਈਟ ਅਲੋਂਗ ਦਾ ਰਿਵਰ, ਕਿਸੇ ਕੈਂਪ ਸਾਈਟ ਤੇ ਪਹੁੰਚ ਗਈ ਜਿਹੜਾ ਕਿ ਰਿਵਰ ਦੇ ਨਾਲ ਸੀ। ਸੋ ਕੁਐਸਚਨ ਆਪਾਂ ਪਹਿਲੇ ਤੇ ਚੱਲ ਜਾਂਦੇ ਇੱਕ ਵਾਰੀ, ਤੇ ਪਹਿਲੇ ਕੁਐਸਚਨ ਦੇਖਦੇ ਹਾਂ। ਸਰਵਾਈਵਰ ਫਰੋਮ ਦਾ ਸਕਾਈ ਜਿਹੜਾ ਹੈਗਾ ਆਪਣਾ ਰੀਡਿੰਗ ਦਾ ਨਾਮ। ਇਨ ਅ ਰਿਮਾਰਕਏਬਲ ਡਾਕੂਮੈਂਟਰੀ ਵਿੰਗਸ ਆਫ ਹੋਪ, ਜਰਮਨ ਡਾਇਰੈਕਟਰ ਵਾਰਨਰ ਹਾਰਜ਼ੌਗ recounts the true story of an 18-year old girl। ਸੋ ਕੀ ਕਹਿੰਦਾ ਕਿ ਇੱਕ ਕਮਾਲ ਦੀ ਜਿਹੜੀ ਡਾਕੂਮੈਂਟਰੀ ਆ, ਉਹਦਾ ਨਾਮ ਕੀ ਹੈ, ਵਿੰਗਸ ਆਫ ਹੋਪ। ਜਰਮਨ ਡਾਇਰੈਕਟਰ ਜਿਹੜਾ ਵਾਰਨਰ ਹੈ ਉਹ ਸਾਰੀ ਸਟੋਰੀ ਦੱਸਦਾ ਹੈ। ਕਾਦੀ ਵੀ 18 ਸਾਲ ਦੀ ਇੱਕ ਕੁੜੀ ਉਹਦੇ ਉੱਪਰ ਹੈ। ਦਾ ਸੋਲ ਸਰਵਾਈਵਰ, ਸੋਲ ਸਰਵਾਈਵਰ ਮੀ ਸੋਲ ਮੀਨ ਹੁੰਦਾ ਸਿੰਗਲ। ਦਾ ਸੋਲ ਸਰਵਾਈਵਰ ਆਫ ਪਲੇਨ ਕ੍ਰੈਸ਼ ਇਨ ਦਾ ਐਮਾਜ਼ੋਨ ਜੰਗਲ। ਤਾਂ ਕੀ ਹੋਇਆ ਕਿ ਜਿਹੜਾ ਇੱਕ ਬੰਦਾ ਬਚਦਾ ਹੈ ਪਲੇਨ ਕ੍ਰੈਸ਼ ਦੇ ਵਿੱਚ ਐਮਾਜ਼ੋਨ ਜੰਗਲ ਦੇ ਵਿੱਚ ਇਨ 1971। 29 ਈਅਰ ਲੈਟਰ, 29 ਸਾਲ ਬਾਅਦ, ਹੌਰਜੌਗ ਰਿਟਰਨਸ ਟੂ ਦਾ ਜੰਗਲ ਵਿਦ ਜੂਲੇਨ ਕੇਪੇਕ, now a 46-year-old biologist, and she tells her amazing story in film। ਸੋ ਕੀ ਹੋਇਆ, ਕਹਿੰਦੇ 29 ਸਾਲ ਬਾਅਦ ਜਿਹੜਾ ਕਿ ਉੱਥੇ ਜਾਂਦੇ ਆ, ਤੇ ਉਹ ਬੰਦਾ ਜਿਹੜਾ ਜਰਮਨ ਦਾ ਡਾਇਰੈਕਟਰ ਹੈ ਉਹਨੂੰ ਲੈ ਕੇ ਜਾਂਦਾ ਜੂਲੇਨ, ਜੋ ਨਾਮ ਹੈ ਜੂਲੇਨ ਕੋਇਪਕ, ਤੇ ਉਹ 46 ਸਾਲ ਦੀ ਹੁਣ ਇਸ ਟਾਈਮ ਬਾਇਓਲੋਜਿਸਟ ਹੈ, ਤੇ ਉਹ ਆਪਣੀ ਅਮੇਜ਼ਿੰਗ ਸਟੋਰੀ ਦੱਸਦੀ ਵੀ ਇੰਸੀਡੈਂਟ ਕਿੱਦਾਂ ਹੋਇਆ ਸੀ। ਸੋ ਉਸ ਦੇ ਬਾਰੇ ਜੋ ਸਟੋਰੀ ਹੈ, ਤੇ ਇਸ ਦੇ ਵਿੱਚ ਉਹਨਾਂ ਨੇ ਪੁੱਛਿਆ, ਕੁਐਸਚਨ ਪੁੱਛਿਆ ਸੀ ਹਾਊ ਓਲਡ ਵਾਜ਼ ਜੂਲੇਨ ਐਟ ਦਾ ਟਾਈਮ ਆਫ ਕ੍ਰੈਸ਼। ਹੁਣ ਇੱਧਰ ਇੱਕ ਚੀਜ਼ ਦੱਸੀ ਹੋਈ ਹੈ, 29 ਸਾਲਾਂ ਬਾਅਦ ਉੱਥੇ ਜੰਗਲ 'ਚ ਗਈ ਸੀ, ਹੁਣ ਉਹ 46 ਸਾਲਾਂ ਦੀ ਹੈ। ਸਟੋਰੀ ਕੀ ਸੁਣਾਉਂਦਾ ਹੈ, 18 ਈਅਰ ਓਲਡ। ਸੋ ਆਪਣਾ ਜੋ ਆਨਸਰ ਹੈ 18 ਈਅਰ ਓਲਡ ਗਰਲ ਹੈ ਉਹ। ਸੋ ਆਪਾਂ ਉੱਥੇ ਆਨਸਰ ਕੀ ਦੇਵਾਂਗੇ, ਆਪਾਂ 18, ਤੇ ਆਪਣੇ ਇੱਥੇ ਆਨਸਰ ਕੀ ਆ ਗਿਆ 18, ਜਾਂ ਫਿਰ ਆਪਾਂ ਤੁਸੀਂ ਐਜ਼ ਇਟ ਇਜ਼ 18 ਈਅਰ ਓਲਡ ਦੀ ਜਗ੍ਹਾ ਤੇ ਉਹਨੇ ਕਿੰਨੇ ਸਾਲ ਪੁੱਛਿਆ, ਤਾਂ ਇਕੱਲਾ 18 ਈਅਰ ਤੁਸੀਂ ਲਿਖ ਸਕਦੇ ਹੋ ਉੱਥੇ ਆਨਸਰ ਸੇਮ ਐਜ਼ ਇਟ ਇਜ਼। ਠੀਕ ਹੈ ਜੀ। ਸੋ ਨੈਕਸਟ ਪੜ੍ਹਦੇ ਹਾਂ ਆਪਾਂ, ਵਾਟ ਇਜ਼ ਹਰ ਆਕੂਪੇਸ਼ਨ ਨਾਓ। ਆਕੂਪੇਸ਼ਨ ਕੀ ਆ ਉਹਦਾ ਹੁਣ, ਤਾਂ ਉਹ ਕੀ ਹੈ ਹੁਣ ਆਪਣਾ 46 ਸਾਲਾਂ ਦੀ ਹੈ, ਤੇ ਕੀ ਹੈ ਬਾਇਓਲੋਜਿਸਟ ਹੈ। ਸੋ ਬਾਇਓਲੋਜਿਸਟ ਕੀ ਹੈ, ਉਹਦਾ ਆਕੂਪੇਸ਼ਨ ਸੀ ਬਾਇਓ
थोड़ी जी ड्राइंग खराब है। तो बेसिकली की है कि अपन उत्थे हिट हो गया कि बायोलॉजिस्ट आ। तो नैक्सट क्वेश्चन पढ़ते हैं। नैक्सट क्वेश्चन सी वट वाज द कॉज ऑफ द प्लेन क्रैश। हाले तक कहने कोई गल नहीं हुई। नैक्सट पढ़ के देखते हैं। Julian had just graduated from high school in Lima, Peru and with her mother. So Julina graduate ਹੋਈ ਸੀ ਹਾਈ ਸਕੂਲ ਦੇ ਵਿੱਚ ਇਨ ਲੀਮਾ ਦੇ ਵਿੱਚ ਪੇਰੂ ਐਂਡ ਵਿਦ ਹਰ ਮਦਰ ਵਾਜ਼ ਫਲਾਈਂਗ ਆਊਟ ਟੂ ਸਪੈਂਡ ਕ੍ਰਿਸਮਸ ਐਟ ਫਾਦਰਸ ਰਿਸਰਚ ਸਟੇਸ਼ਨ ਇਨ ਦਾ ਜੰਗਲ। ਸੋ ਕੋਈ ਪੇਰੂ ਸੀ ਤੇ ਉਹਦੀ ਮਾਤਾ ਸੀ, ਉਹਦੇ ਨਾਲ ਉਹ ਕੀ ਕਰਦੀ ਪਈ ਸੀ, ਫਲਾਈ ਕਰਦੀ ਪਈ ਸੀ ਕ੍ਰਿਸਮਸ ਵਾਸਤੇ ਆਪਣੇ ਫਾਦਰ ਦੇ ਰਿਸਰਚ ਸੈਂਟਰ ਦੇ ਵਿੱਚ ਜਾ ਰਹੀ ਸੀ ਜੰਗਲ ਦੇ ਵਿੱਚ ਦੀ। ਆ ਹਾਫ ਆਰ ਇਨਟੂ ਫਲਾਈਟ ਦੇ ਇਨਕਾਊਂਟਰਡ ਆ ਹੌਰੀਫਿਕ ਸਟੋਰਮ। ਸੋ ਕਹਿੰਦਾ ਕਿ ਅੱਧੇ ਘੰਟੇ ਤੋਂ ਬਾਅਦ ਫਲਾਈਟ ਕੀ ਹੋ ਗਈ, ਐਨਕਾਊਂਟਰ ਘੇਰੀ ਗਈ ਕਾਹਦੇ ਨਾਲ, ਹੌਰੀਫਿਕ ਸਟੋਰਮ ਦੇ ਨਾਲ, ਕਿ ਜੋ ਕੋਈ ਤੂਫਾਨ ਆ ਗਿਆ, ਭਿਆਨਕ ਤੂਫਾਨ ਆ ਗਿਆ। ਇਨ ਦਾ ਮਿਡਸਟ ਆਫ ਵਾਈਲਡ ਟਰਬੂਲੈਂਸ the plane was struck by lightning and fell into a nose dive। ਸੋ ਕੀ ਹੋਇਆ, ਕਹਿੰਦਾ ਮਿਡ ਦੇ ਵਿੱਚ ਜਿਹੜਾ ਕੀ ਹੈ ਪ੍ਰੋਬਲਮ ਆਈ ਇੰਜਨ ਦੇ ਵਿੱਚ, ਦੈਨ ਕੀ ਹੋਇਆ ਪਲੇਨ ਸਟਕ ਹੋ ਗਿਆ। ਸਟਰਕ ਕੀ ਹੁੰਦਾ, ਟੁੱਟ ਗਿਆ। ਬਾਏ ਲਾਈਟਨਿੰਗ, ਲਾਈਟਨਿੰਗ ਕੀ ਬਿਜਲੀ ਦੇ ਕਾਰਨ, ਫੈਲ ਇਨਟੂ ਅ ਨੋਜ਼ ਡਾਈਵ। ਸੋ ਇਹਦਾ ਰੀਜ਼ਨ ਪੁੱਛਿਆ ਸੀ ਵਾਟ ਵਾਜ਼ ਦਾ ਕਾਜ਼ ਆਫ ਪਲੈਨ ਕ੍ਰੈਸ਼। ਸੋ ਕਾਜ਼ ਕੀ ਹੋ ਗਿਆ, ਜਾਂ ਤਾਂ ਇੱਕ ਕਾਜ਼ ਕੀ ਸੀ ਸਟਰੋਮ, ਠੀਕ ਹੈ ਜੀ। दूसरा ਕਿਹੜਾ ਸੀ ਇੱਧਰ ਆਪਾਂ ਦਿੱਤਾ ਹੋਇਆ ਹੈ। ਨੈਕਸਟ ਪਲੇਨ ਸਟਰਕ ਬਾਈ ਲਾਈਟਨਿੰਗ। ਸੋ ਲਾਈਟਨਿੰਗ ਜਿਹੜਾ ਹੈਗਾ ਇਹ ਆਪਸ਼ਨ ਵੀ ਹੋ ਸਕਦਾ ਕਿਉਂਕਿ ਕਾਰਨ ਦੱਸਣਾ ਸੀ। ਤਾਂ ਕਾਰਨ ਕੀ ਸੀ, ਇੱਕ ਤੂਫਾਨ ਕਰਕੇ, ਇੱਕ ਆਪਣੇ ਕਾਹਦੇ ਕਰਕੇ ਹੋਇਆ ਸੀ, ਲਾਈਟਨਿੰਗ ਕਰਕੇ। ਠੀਕ ਹੈ ਜੀ। ਸੋ ਆਨਸਰ ਇਹਨਾਂ ਦੋਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਹੋ। ਇਹਦੇ ਵੀ ਦੋ ਆਪਸ਼ਨ ਹੋ ਗਏ। ਸੋ ਦੋਨਾਂ ਦੇ ਵਿੱਚ ਸਟੋਰਮ ਜਾਂ ਲਾਈਟਨਿੰਗ ਹੋ ਸਕਦੀ ਹੈ ਕਿਉਂਕਿ ਉਹਨੇ ਕ੍ਰੈਸ਼ ਦਾ ਰੀਜ਼ਨ ਪੁੱਛਿਆ ਸੀ। ਨੈਕਸਟ ਪੜ੍ਹਦੇ ਆ। ਉਹ ਨੱਕ ਦੇ ਭਾਰ ਕਹਿੰਦਾ ਹੇਠਾਂ ਡਿੱਗ ਪਿਆ, ਮਤਲਬ ਸਿੱਧਾ ਹੀ ਡਿੱਗ ਪਿਆ ਟੁੱਟਣ ਸਾਰ। ਪੈਸੇਂਜਰ ਸਕਰੀਮਡ ਐਜ਼ ਬੈਗੇਜ ਫਲੂ ਅਰਾਊਂਡ ਦਾ ਕੰਪਾਰਟਮੈਂਟ। ਜਿਹੜੇ ਪੈਸੇਂਜਰ ਸੀ ਤੇ ਉਹ ਬੈਗੇਜ ਦੇ ਨਾਲ ਹੀ ਫਲੂ ਕਰ ਗਈ, ਉੱਡ ਗਏ ਵਿੱਚੋਂ ਅਰਾਊਂਡ ਦਾ ਕੰਪਾਰਟਮੈਂਟ। Then the plane broke into pieces and suddenly Julian found herself outside free falling 30,000 feet। ਤੇ ਕੀ ਹੋਇਆ, ਕਹਿੰਦੇ ਪਲੇਨ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਜਿਹੜਾ ਟੁੱਟ ਗਿਆ ਤੇ ਅਚਾਨਕ ਜਦੋਂ ਜੁਲੇਨ ਨੇ ਦੇਖਿਆ ਕਿ ਉਹ ਫ੍ਰੀ ਫਾਲਿੰਗ ਕਿ ਮਤਲਬ ਉੱਤੋਂ ਹਵਾ 'ਚ ਡਿੱਗ ਰਹੀ ਆ 30,000 ਫੁੱਟ ਤੋਂ। I was suspended in mid air। ਸੋ ਉਹਨੇ ਕੀ ਹੋਇਆ ਕਿ ਉਹਨੇ ਦੇਖਿਆ ਮੈਂ ਵਿੱਚ ਹਵਾ ਦੇ ਵਿੱਚ ਆ। Still in my skirt। ਸੋ ਸਟਿਲ ਇਨ ਮਾਈ ਸਕਾਰਟ ਦਾ ਮੀਨਿੰਗ, ਸਕਾਰਟ ਦਾ ਜੋ ਮੀਨਿੰਗ ਹੁੰਦਾ ਪਾਰਟੀਕੂਲਰ ਤੇਜ਼ੀ ਨਾਲ ਨੀਚੇ ਡਿੱਗਣਾ, ਉਹਨੂੰ ਕਹਿੰਦੇ ਆ ਮੂਵ ਟੂ ਫਾਸਟ। ਠੀਕ ਹੈ ਜੀ। ਸੋ ਉਸ ਥਾਂ ਤੇ ਆਪਾਂ ਸਕਾਰਟ ਯੂਜ਼ ਕਰਦੇ ਹਾਂ। ਇਟ ਵਾਜ਼ਨਟ ਸੋ ਮਚ that I had left the plane but that the plane had left me। ਸੋ ਕਹਿੰਦੀ ਕੁਛ ਨਹੀਂ ਸੀ ਮੇਰੇ ਨਾਲ ਜਿਹੜਾ ਮੈਂ ਪਲੇਨ 'ਚ ਛੱਡਤਾ, ਪਰ ਪਲੇਨ ਨੇ ਮੈਨੂੰ ਛੱਡਤਾ ਸੀ। ਠੀਕ ਹੈ ਜੀ। ਇਟ ਸਿੰਪਲੀ ਵਾਜ਼ਨਟ ਦੇਅਰ ਐਨੀ ਮੋਰ। ਸੋ ਇਸ ਤੋਂ ਨਾਲ ਮਤਲਬ ਕੀ ਕਲੀਅਰ ਹੈ ਕਿ ਸਿੰਪਲੀ ਕੁਛ ਨਹੀਂ ਰਿਹਾ। ਆਈ ਵਾਜ਼ ਆਲ ਅਲੋਨ ਵਿਦ ਮਾਈ ਰੋ ਆਫ ਸੀਟਸ। ਸੋ ਮੈਂ ਕੱਲੀ ਰਹਿ ਗਈ ਸੀ ਆਪਣੀ ਰੋ ਦੇ ਵਿੱਚ, ਸੀਟਸ ਦੇ ਵਿੱਚ। ਸੇ ਜੁਲੇਨ ਆਈ ਸੇਲਡ ਔਨ ਥਰੂ ਦਾ ਏਅਰ। ਸੋ ਕੀ ਹੋਇਆ ਕਿ ਜਿਹੜੀ ਮੈਂ ਹਵਾ ਦੇ ਵਿੱਚ ਤੈਰਦੀ ਪਈ ਸੀ, ਦੈਨ ਆਈ ਟੰਬਲਡ ਇਨਟੂ ਅ ਫਾਲ। ਸੋ ਦੈਨ ਕੀ ਹੋਇਆ, ਮੈਂ ਨੀਚੇ ਬੜੀ ਤੇਜ਼ੀ ਨਾਲ, ਡਿਕਲਾਈਨ ਹੋਇਆ ਮੇਰਾ ਬੜਾ ਤੇਜ਼ੀ ਨਾਲ ਤੇ ਮੈਂ ਹੇਠਾਂ ਡਿੱਗ ਗਈ। ਦਾ ਸੀਟ ਬੈਲਟ ਸਕਵੀਜ਼ਡ ਮੀ ਸਟਮਕ ਐਂਡ ਆਈ ਕੁਡਨਟ ਬਰੀਥ ਐਨੀ ਮੋਰ। ਜਿਹੜੇ ਸੀਟ ਬੈਲਟ ਸੀ ਉਹਨੇ ਮੇਰੇ ਢਿੱਡ ਨੂੰ ਹੋਰ ਜ਼ਿਆਦਾ ਕੱਸਤਾ, ਜਿਹਦੇ ਨਾਲ ਕੀ ਹੈ ਕਿ ਮੈਂ ਸਾਹ ਵੀ ਨਹੀਂ ਲੈ ਸਕਦੀ ਸੀ। ਬਿਫੋਰ ਸ਼ੀ ਲੋਸਟ ਕੌਨਸ਼ੀਅਸਨੈਸ ਜੁਲੇਨ ਸਾ ਦਾ ਡੈਂਸ ਜੰਗਲ ਬਿਲੋ ਆ ਡੀਪ ਗ੍ਰੀਨ ਲਾਈਕ ਬਰੋਕਲੀ with no clearings of hundreds of miles। ਸੋ ਉਸ ਤੋਂ ਬਾਅਦ ਕੀ ਹੋਇਆ, ਕਹਿੰਦੇ ਕਿ ਮੇਰੀ ਜਦੋਂ ਤੱਕ ਯਾਦਾਸ਼ਤ, ਜਿਵੇਂ ਕਿ ਆਪਾਂ ਕਹਿੰਦੇ ਧੁੰਦਲਾ ਜਿਹਾ ਹੋ ਜਾਂਦਾ ਡਿੱਗਣ ਤੋਂ ਬਾਅਦ ਜਾਂ ਕੁਛ ਵੀ ਹੈ, ਮਤਲਬ ਵੀ ਆਪਣੀ ਯਾਦਾਸ਼ਤ ਦੇ ਵਿੱਚ ਕੀ ਆ ਉਹਦੀ ਵੀ ਖੋਣ ਤੋਂ ਪਹਿਲਾਂ ਉਹਨੇ ਇਹ ਚੀਜ਼ ਦੇਖਿਆ ਕਿ ਉਹ ਸੰਘਣੇ ਜੰਗਲ ਦੇ ਵਿੱਚ ਹੈ ਤੇ ਉਹ ਜੰਗਲ ਕਿਵੇਂ ਦਾ ਹੈ, ਜਿਵੇਂ ਵੀ ਲਾਈਕ ਬਰੋਕਲੀ ਹਰਾ ਹਰਾ, ਜਮੀ ਚਾਰੇ ਪਾਸੇ ਹਰਾ ਹਰਾ ਦਿਖ ਰਿਹਾ ਸੀ। ਵਿਦ ਨੋ ਕਲੀਅਰਿੰਗਸ ਆਫ 100 ਮਾਈਲਸ, ਕੋਈ ਚੀਜ਼ ਦੇਖੀ ਨਹੀਂ ਸੀ, ਮੈਂ ਇਕੱਲਾ ਜੰਗਲ ਹੀ ਦੇਖ ਰਿਹਾ ਸੀ। ਠੀਕ ਹੈ ਜੀ। ਸੋ ਨੈਕਸਟ ਕੁਐਸਚਨ ਹੈਗਾ ਵਿਚ ਆਫ ਦਾ ਫੋਲੋਇੰਗ ਡਿਡ ਨੋਟ ਹੈਲਪ ਟੂ ਸਲੋ ਹਰ ਫਾਲ। ਸੋ ਕਿਹੜੀ ਚੀਜ਼ ਸੀ ਜਿਹਨੇ ਮਦਦ ਨਹੀਂ ਕੀਤੀ ਉਹਨੂੰ ਹੇਠਾਂ ਹੋਣ ਦੇ ਵਿੱਚ। ਸੋ ਆਪਾਂ ਉਹੀ ਚੀਜ਼ ਪੜ੍ਹਨੀ ਹੈ, ਬੇਸਿਕਲੀ ਦੇਖਦੇ ਹਾਂ।
सो एंड अपड्राफ्ट कॉज्ड बाय स्टॉर्म क्लाउड्स, कोई जी चीज़ उन्हें ऊपर रखा स्टॉर्म क्लाउड ने हिटिंग वाइन्स टाणियां नाल वजन करके सैक्शन ऑफ सीट विच शी वाज अटैच्ड, कोई सैक्शन ऑफ सीट सी उन्हां करके उन्हें मदद की, जां फिर की है आ पैराशूट। नैक्सट पढ़ते हैं। somehow miraculously Julian survived that fall from the sky, कि कहते कोई चमत्कार हो गया किदा जिदा किदा भी, ते वो की होया जिहड़ी जूलियन सर्वाइव बच गई कित्थों स्काई दे विचों डिग्गण ते। इन द फिल्म she speculates on a number of factors which may have combined to save her, सो उन्हें स्पैक्यूलेट कीते आ, उन्हें दस्से आ कि दस्से आ नंबर ऑफ फैक्टर जिन्हां नाल वो कंबाइन टू सेव हर। फर्स्ट the storm had produced a strong from the thunder clouds, सो की कीता कहंदे कि उन्हें थ्रस्ट पैदा करता कोई जिंदे नाल जिवें कि आपां फर्स्ट स्टॉर्म ने कोई प्रोड्यूस कीती कि चीज़ अप ड्राफ्ट जिवें घूमण चक्कर हुंदे आ, सो गोल गोल घूमदे हुंदे आ कि उन्हां दे विच आ गई जिंदे करके हौली डिग्गी। सैकेंडली बीइंग स्टैब्ड इनटू रो ऑफ सीड्स, सो जो विच हसी सी शी वाज अवेयर ऑफ फॉलिंग इन स्पायरलिंग मूवमेंट लाइक अ मैपल सीड पोड, सो उन्होंने पता सी कि किद्दां वो डिग रही सी, तो वो की सी गोल गोल घूमदी हेठ आ रही सी, लाइक जिवें मैपल सीड है उनका पोड़ हुंदा है। सो दैन की है लाइक हिटिंग द कनोपी ऑफ ट्रीज, पहला वो की कीता जिहड़ी टीसी हुंदी है पेड़ियां दे उपर करुंबल वाली चोटी दे उन्हां नाल टकराई। शी टंबल्ड थ्रू a maze of vines which slowed her landing in deep mud, सो दैन की होया मक्के दे वड्डे वड्डियां जिहड़ियां छोटियां टाहणियां सी उन्हां दे विच जाके जो टकराई तो उन्हें होर भी इहनूं हौली करता डिगदे टाइम चिक्कड़ दे विच जो एक चिक्कड़ सी हेठां, सो इन्हां चीज़ां ने उहदी मदद कीती। इधर क्वेश्चन की है भी किहड़ी चीज़ ने उहदी मदद नहीं की जिहदे नाल हौली हो सके। अप ड्राफ्ट ने पहले ही दसता, वाइन्स किहड़ी सी मक्की वालियां वाइन्स नाल विच वजी है, सो ये भी दसी है गल, आ भी गल दसी है। द सैक्शन ऑफ सीट टू विच शी वाज अटैच्ड, सैक्शन ऑफ सीट्स वो कहती कि हाँ भी उनकी भी गल हुई है। हुण पैराशूट की गल नहीं हुई तो उन्होंने क्वेश्चन की डिमांड की सी कि किहड़ी चीज़ ने मदद नहीं की, सो बाकी सारी चीज़ों की गल करते पे हुण इहदी गल ही नहीं हुई। सो आंसर इत्थे की ऑटोमैटिकली आंसर की हो गया इत्थे अपना आ पैराशूट आंसर हो गया, क्योंकि डी ऑप्शन ये चीज़ की गल ही नहीं की उन्होंने। ठीक है जी। सो नैक्सट देखते हैं विच ऑफ द फॉलोइंग इंजरीज डिड शी सस्टेन, सो उन्होंने किहड़ी चीज़ जिहड़ी इंजरियां हुई सी। दैन की है बट सर्वाइविंग द फॉल थ्रू मैरिकुलस इन इट सैल्फ, सो की है कि यह एक चमत्कार से अपने आप ची वाज जस्ट द बिगनिंग वैन जुलेन अवोक हॉर्स लेटर, तो जो जागदी है वैट एंड कवर्ड विद मड, सो की हुई सी गिल्ली ते मड दे चिक्कड़ दे नाल भरी हुई। शी वाज स्टिल स्ट्रैप्ड टू हर सीट, सो कि अपनी सीट के नाल उदों भी फसी हुई सी, कसी हुई स्ट्रैप हो गया किसी ने बन्नी हुई सी। एंड स्टैगरिंग टू हर फीट she assessed her injuries, a fractured bone in the neck and concussion and deep cuts in her legs and back. She was also in shock, lost the totally alone in the Amazon jungle. So then की है कि उन्हें देखा कि उनकी इंजरीज हुई ने, उनकी बैक जी बोन है नैक की फ्रैक्चर हुई है, डीप कट ने झरीटां सी जख्म हुए सी ते उहदी लैग ते दे बैक ते। शी वाज आल्सो इन शॉक, लॉस टोटली अलोन, ते वो शॉक दे विच भी सारा कुछ तबाह हो गया ते कल्ली वो जंगल दे विच रह गई आ। दैन की आ विच ऑफ द फॉलोइंग इंजरीज डिड शी सस्टेन, उन्होंने किहड़ी इंजरीज हुई सी। सो ब्रोकन फुट की गल नहीं हुई, ब्रोकन आर्म नहीं हुई। अगे है जी कनक्यूजन या फिर कट ऑन हैड, कट कित्थे होई सी उहदी लत्त ते बैक ते बाहां ते एक जी कनक्यूजन। सो कनक्यूजन जिहड़ी हैगी आ वो कल्ली गल हुई आ। सो इधर आप देख लें मार्क कर लें सेम। तो उन्होंने पहला क्या सी टैगिंग हर फीट असैस्ड हर इंजरी फ्रैक्चर बोन, बोन किहड़ी फ्रैक्चर सी नैक दी, ते कनक्यूजन होए सी जां डीप कट होए सी लैग दे विच ते बैक दे विच। शी वाज आल्सो इन शॉक। हुण इधर दसो ਜਿਹੜੇ ਉਹਦੇ ਹੱਥ ਪੈਰ ਟੁੱਟਣ ਦੀ ਗੱਲ ਹੋਈ ਨਹੀਂ, ਹੱਡੀ ਟੁੱਟੀ ਹੈ ਕਾਦੀ ਧੌਣ ਦੇ ਨੇੜੇ ਤੇੜੇ, ਕੱਟ ਆਫ ਔਨ ਹਰ ਹੈਡ, ਪਰ ਇੱਧਰ ਕੀ ਗੱਲ ਕਰ ਡੀਪ ਕੱਟ ਕਿਸੇ ਨੇ ਲੈਗ ਤੇ ਬੈਕ ਤੇ। ਸੋ ਆਨਸਰ ਕੀ ਰਹਿ ਗਿਆ ਸੀ ਇਕੱਲਾ ਕਨਫਿਊਜ਼ਨ। ਠੀਕ ਹੈ ਜੀ, ਕਨਫਿਊਜ਼ਨ ਆਨਸਰ ਆ ਗਿਆ ਆਪਣਾ ਇੱਥੇ।
ਨੈਕਸਟ ਪੜ੍ਹਦੇ ਹਾਂ ਵਟ ਹੈਲਪਡ ਟੂ ਸਰਵਾਈਵ, ਵਟ ਹੈਲਪਡ ਹਰ ਟੂ ਸਰਵਾਈਵ, ਹੁਣ ਕਿਹੜੀ ਚੀਜ਼ ਨੇ ਉਹਨੂੰ ਬਚਾਇਆ, ਬਟ ਨੈਕਸਟ ਪੜ੍ਹਦੇ ਹਾਂ ਨੋ ਡਾਊਟ ਇਟ ਵਾਜ਼ ਹਰ ਫੈਮਿਲਿਅਰਿਟੀ ਵਿਦ ਦ ਵਾਈਲਡਰਨੈਸ ਦੈਟ ਅਨੇਬਲ ਟੂ ਹਰ ਟੂ ਕੋਪ। ਸੋ ਕਹਿੰਦਾ ਕੋਈ ਸ਼ੱਕ ਨਹੀਂ ਉਹਦੀ ਜਿਹੜੀ ਫੈਮਿਲਿਅਰਿਟੀ ਆ ਉਹ ਫੈਮਿਲਰ ਸੀ ਕਿਹਨਾਂ ਦੇ, ਵਾਈਲਡਨੈਸ ਜੰਗਲ ਦੇ, ਜਿਹਨੇ ਉਹਨੂੰ ਬਚਾਇਆ ਹਰ ਟੂ ਕੋਪ। ਤੇ ਇੱਧਰ ਕੀ ਗੱਲ ਹੈ ਵੀ ਬਚਾਉਣ ਚ ਕਿਹਨੇ ਮਦਦ ਕੀਤੀ, ਨੌਲੇਜ ਆਫ ਜੰਗਲ। ਸੋ ਇੱਥੇ ਪਹਿਲੀ ਗੱਲ ਕਰਤੀ ਕਿ ਹਾਂ ਕਿ ਫੈਮਿਲੀਅਰ ਸੀ। ठीक है नैक्सट पढ़ते हैं मैप शोइंग लोकेशन इन द रिवर एप्रोप्रिएट क्लोथिंग एंड शूज फूड सप्लाई फ्रॉम द प्लेन। ये कुछ भी नहीं गल हुई होगी क्योंकि उन्हें स्टार्टिंग क्लीयर करता। आप दोबारा अगे भी पढ़ लें। द नैक्सट की आ the wilderness unable to cope, her parents were biologist and Julian had grown up in the jungle। so the parents are biologist ਸੀ ਤੇ ਉਹ ਜੰਗਲ ਦੇ ਵਿੱਚ ਪਲੀ ਸੀ। she realized her only hope was to follow the little stream of the water nearby। ਸੋ ਉਹਦੀ ਕੱਲੀ ਇੱਕ ਆਸ ਸੀ ਬਚਣ ਦੀ ਤੇ ਉਹ ਕੀ ਸੀ, ਫੋਲੋ ਕਰਨਾ ਸੀ ਜਿਹੜਾ ਪਾਣੀ ਨਾਲ ਨਾਲ ਤੁਰਿਆ ਜਾਂਦਾ ਪਾਣੀ ਦੇ ਨਾਲ ਨਾਲ, ਕਿਉਂਕਿ ਟਰਸਟਿੰਗ ਦੈਟ ਇਟ ਵੁੱਡ ਇਵੈਂਚੁਅਲੀ ਲੀਡ ਟੂ ਲਾਰਜਰ ਰਿਵਰ, ਕਿਉਂਕਿ ਉਹਨਾਂ ਨੂੰ ਪਤਾ ਸੀ ਇਹ ਪਾਣੀ ਜਾ ਕੇ ਐਂਡ ਤੇ ਕਿਸੇ ਵੱਡੇ ਰਿਵਰ ਚ ਮਿਲੂਗਾ। ਐਂਡ ਰੈਸਕਿਊ ਵਿਦ ਨੋ provisions। ਸੋ ਇਸ ਤੋਂ ਬਿਨਾ ਕੋਈ ਰੈਸਕਿਊ ਦਾ ਪ੍ਰੋਵੀਜ਼ਨ ਨਹੀਂ ਸੀ ਹੈਗੇ। ਡਰੈਸਡ ਇਨ the mini skirt she had worn on the plane and wearing just one shoe she set off through the jungle। ਸੋ ਕੀ ਹੈ ਕਹਿੰਦੇ ਉਹਨੇ ਮਿਨੀ ਸਕਰਟ ਪਾਈ ਹੋਈ ਸੀ, ਉਸ ਤੋਂ ਬਾਅਦ ਕਿ ਪਲੇਨ ਦੇ ਵਿੱਚ ਤੇ ਇੱਕ ਸ਼ੂਜ਼ ਦੀ ਜੋੜੀ ਪਾਈ ਹੋਈ ਸੀ, ਉਹ ਜੰਗਲ ਦੇ ਵਿੱਚ ਹੀ ਸੈਟ ਆਫ ਥਰੂ ਦਾ ਜੰਗਲ। ਐਂਡ ਸ਼ੀ ਪਾਸਡ ਬ੍ਰੋਕਨ ਫ੍ਰੈਗਮੈਂਟਸ ਫਰੋਮ ਦਾ ਪਲੇਨ। ਸੋ ਉਹਨੇ ਮਲਬਾ ਜਿਹੜਾ ਹੈਗਾ ਸੀ ਫ੍ਰੈਗਮੈਂਟਸ ਤਾਂ ਉਸ ਦੇ ਕੋਲੋਂ ਦੀ ਲੱਗਦੀ ਦੇਖਦੀ ਆ। ਅ ਵੀਲ ਐਂਡ ਇੰਜਨ ਇਨੀਸ਼ੀਅਲੀ ਆਈ ਸਾ ਪਲੇਨ ਸਰਕਲਿੰਗ ਅਬਵ ਮੀ। ਠੀਕ ਹੈ ਜੀ। ਸੋ ਉਹਨੇ ਦੇਖਿਆ ਕਿ ਵੀਲ ਤੇ ਇੰਜਨ ਜਿਹੜੇ ਸੀ ਉੱਥੇ ਪਏ ਸੀ ਇਨੀਸ਼ੀਅਲੀ, ਤੇ ਪਲੇਨ ਸਰਕਲਿੰਗ ਅਬਵ ਮੀ ਉਹਦੇ ਉੱਤੇ ਪਲੇਨ ਉੱਡ ਰਹੇ ਸੀ। ਬਟ ਆਫਟਰ ਅ ਫਿਊ ਡੇਜ਼ ਆਈ ਰਿਅਲਾਈਜ਼ਡ ਦ ਸਰਚ ਹੈਡ ਬੀਨ ਕਾਲਡ ਆਫ ਸ਼ੀ ਸੈਡ। ਸੋ ਉਹਨੇ ਪਲੇਨ ਤਾਂ ਉੱਡ ਰਹੀ ਸੀ, ਉਸ ਤੋਂ ਬਾਅਦ ਉਹਨੇ ਰਿਅਲਾਈਜ਼ ਕੀ ਕੀਤਾ ਕਿ ਉਹਨਾਂ ਨੇ ਰੈਸਕਿਊ ਛੱਡਤਾ ਕਰਨਾ ਕਿ ਛੱਡੋ ਹੁਣ ਨਹੀਂ ਲੱਭਦੀ। ਸੋ ਇੱਧਰ ਕੀ ਹੈ, ਵਟ ਹੈਲਪਡ ਹਰ ਟੂ ਸਰਵਾਈਵ, ਨੌਲੇਜ ਆਫ ਦ ਜੰਗਲ, what was the biggest threat of to her survival। ਹੁਣ ਅਗਲਾ ਕੁਐਸਚਨ ਵੀ ਪੜ੍ਹ ਲੈ ਨਾਲੇ। ਵੈਸੇ ਮੈਪ ਸ਼ੋਇੰਗ ਮੈਪ ਤਾਂ ਹੈ ਹੀ ਨਹੀਂ ਸੀ। ਐਪਰੀਪੀਰੀਅਡ ਕਲੋਥਿੰਗ ਐਂਡ ਸ਼ੂਜ਼ ਹੋ ਗਏ, ਮਿਨੀ ਸਕਰਟ ਪਾਈ ਦੀ, ਇੱਕ ਸ਼ੂਜ਼ ਦੀ ਜੋੜੀ ਸੀ, ਸਪਲੀਮੈਂਟ ਦੀ ਗੱਲ ਨਹੀਂ ਫੂਡ ਦੀ। ਸੋ ਨੌਲੇਜ ਆਫ ਦ ਜੰਗਲ ਕੱਲੀ ਚੀਜ਼ ਕੀ ਸੀ ਵੀ ਉਹਨੂੰ ਨੌਲੇਜ ਹੈਗੀ ਸੀ, ਉਹਦੇ ਪੇਰੈਂਟਸ ਆਏ ਆਪ ਬਾਇਓਲੋਜਿਸਟ ਸੀ ਜਿਹਨੇ ਉਹਨੂੰ ਬਚਾਉਣ 'ਚ ਮਦਦ ਕੀਤੀ। ਸਭ ਤੋਂ ਵੱਡਾ ਖਤਰਾ ਕਿਹੜਾ ਸੀ, ਟੂ ਹਰ ਸਰਵਾਈਵਲ, ਇਨਫੈਕਟਡ ਵੌਂਡਸ ਜਿਹੜੇ ਉਹਦੇ ਜ਼ਖਮ ਸਨ, ਸਟਿੰਗਰੇਜ਼ ਐਂਡ ਸਟਾਰਵੇਸ਼ਨ ਭੁੱਖ ਮਰੀ। ਅੱਗੇ ਪੜ੍ਹਦੇ ਹਾਂ। ਸਰਪ੍ਰਾਈਜ਼ਿੰਗਲੀ ਸ਼ੀ ਫੈਲਟ ਨੋ ਹੰਗਰ ਬਟ ਐਜ਼ ਦਾ ਡੇਜ਼ ਪਾਸਡ ਹਰ ਹੈਲਥ ਵਾਜ਼ ਡੈਟਰੋਇਟਿੰਗ ਰੈਪਿਡਲੀ। ਕਹਿੰਦੇ ਕਿ ਹੈਰਾਨੀਜਨਕ ਇਹ ਗੱਲ ਹੈ ਕਿ ਉਹਨੇ ਜਮਾਂ ਭੁੱਖ ਨਹੀਂ ਲੱਗੀ ਉਹਨਾਂ ਦਿਨਾਂ ਦੇ ਵਿੱਚ, ਤੇ ਹੌਲੀ ਹੌਲੀ ਉਹਦੀ ਹੈਲਥ ਡਾਊਨ ਹੁੰਦੀ ਗਈ। ਦਾ ਗੈਸ਼ ਇਨ ਹਰ ਸ਼ੋਲਡਰ, ਉਹਦੇ ਨਾ ਮੋਢੇ ਦੇ ਵਿੱਚ ਇੱਕ ਡੂੰਘਾ ਕੱਟ ਸੀ, ਜ਼ਖਮ ਬਣ ਗਿਆ। ਵੇਅਰ ਫਲਾਈਜ਼ ਹੈਡ ਲੇਡ ਦੇਅਰ ਐਗਸ, ਜਿੱਥੇ ਉਹਨਾਂ ਦੇ ਮੱਖੀਆਂ ਨੇ ਉਹਦੇ ਆਂਡੇ ਦਿੱਤੇ ਬੈਠ ਬੈਠ ਕੇ। ਵਾਜ਼ ਨਾਓ ਕ੍ਰੋਲਿੰਗ ਵਿਦ ਮਗੋਟਸ, ਤੇ ਉੱਥੇ ਹੁਣ ਕੀ ਸੀ, ਛੋਟੇ ਛੋਟੇ ਸੁੰਡ ਪੈ ਗਈ ਸੀ ਤੇ ਉਹ ਤੁਰਨ ਲੱਗ ਗਏ। ਆਈ ਨਿਊ ਇਟ ਆਈ ਵੁੱਡ ਪੈਰਿਸ਼ ਇਨ ਦਾ ਜੰਗਲ ਸੋ ਆਈ ਸਟੇਡ ਇਨ ਦਾ ਵਾਟਰ। ਤੇ ਉਹ ਕਹਿੰਦੀ ਮੈਂ ਜਾਣਦੀ ਸੀ, ਮੈਨੂੰ ਪਤਾ ਸੀ ਮੈਂ ਮਰ ਜੂਗੀ ਜੰਗਲ ਦੇ ਵਿੱਚ। ਪੈਰਿਸ਼ ਮਤਲਬ ਡਾਈ। ਸੋ ਕੀ ਹੈ ਕਿ ਉਹ ਕਹਿੰਦੀ ਖਤਮ ਮਰ ਜੂਗੀ ਮੈਂ ਇੱਥੇ, ਤਾਂ ਪਾਣੀ ਦੇ ਵਿੱਚ ਉਹਨੇ ਰਹਿਣ ਦੀ ਸੋਚੀ। ਵਾਕਿੰਗ ਇਨ ਦਾ ਸਟ੍ਰੀਮ ਹਾਊਐਵਰ ਪ੍ਰੈਜ਼ੈਂਟਡ ਵਨ ਰਿਸਕ ਮੋਰ ਸੀਰੀਅਸ ਦੈਨ ਐਨੀ ਅਦਰ। ਸੋ ਜਦੋਂ ਉਹਦੇ ਦੌਰਾਨ ਕੀ ਹੋਇਆ ਕਿ ਉਹਨੂੰ ਇੱਕ ਹੋਰ ਖਤਰਾ ਲੱਭਿਆ ਜਿਹੜਾ ਇਹਨਾਂ ਸਾਰਿਆਂ ਨਾਲੋਂ ਵੀ ਜ਼ਿਆਦਾ ਸੀ। ਬਿਫੋਰ ਈਚ ਸਟੈਪ ਸ਼ੀ ਹੈਡ ਟੂ ਪੋਕ ਹੈਡ ਇਨ ਦਾ ਸੈਂਡ ਵਿਦ ਅ ਸਟਿਕ। ਸੋ ਕੀ ਕਹਿੰਦਾ ਕਿ ਹਰ ਇੱਕ ਸਟੈਪ ਚੱਕਣ ਤੋਂ ਪਹਿਲਾਂ ਉਹਨੂੰ ਸੋਟੀ ਨਾਲ ਚੈੱਕ ਕਰਨਾ ਪਈ, ਪੋਕ ਕੱਢਣਾ ਪਿਆ, ਸੋਟੀ ਮਾਰ ਕੇ ਚੈੱਕ ਕਰਦੀ ਸੀ। ਤੇ ਟੂ ਅਵਾਇਡ ਟ੍ਰੀਡਿੰਗ ਔਨ ਪੋਇਜ਼ਨਸ ਸਟਿੰਗ ਰੇਜ਼। ਸੋ ਕੀ ਕਹਿੰਦੀ ਸੀ ਵੀ ਖਤਰਾ ਕਿਹਨਾਂ ਤੋਂ, ਪੋਇਜ਼ਨਸ ਜਿਹੜੀ ਸਟਿੰਗ ਰੇਜ਼ ਸੀ ਉਹਨਾਂ ਤੋਂ ਬਚਣ ਲਈ ਲੇਇੰਗ ਹਿਡਨ ਔਨ ਦਾ ਬੋਟਮ। ਸੋ ਕੀ ਕਰਦੀਆਂ ਨੇ ਉਹ ਬੋਟਮ ਦੇ ਹੇਠਾਂ ਛੁਪੀ ਹੁੰਦੀਆਂ ਨੇ, ਲੰਮੇ ਪਈਆਂ ਹੁੰਦੀਆਂ ਨੇ। ਸੋ ਉਸ ਚੀਜ਼ ਤੋਂ ਬਚਣ ਵਾਸਤੇ ਪਹਿਲਾਂ ਸੋਟੀ ਨਾਲ ਚੈੱਕ ਕਰਦੀ ਵੀ ਅੱਗੇ ਪਈ ਤਾਂ ਨਹੀਂ ਹੈਗੀ। ਨੈਕਸਟ ਕੁਐਸਚਨ ਕੀ ਸੀ, ਇਨਫੈਕਟਡ ਵੌਂਡਸ ਸਟਿੰਗਰੇਜ਼ ਐਂਡ ਸਟਾਰਵੇਸ਼ਨ, ਭੁੱਖ ਮਰੀ ਤਾਂ ਉਹਨੂੰ ਹੋਈ ਹੋਈ ਨਹੀਂ, ਕਹਿੰਦੀ ਸਰਪ੍ਰਾਈਜ਼ਿੰਗਲੀ ਉਹਨੂੰ ਭੁੱਖ ਨਹੀਂ ਲੱਗੀ। ਸੋ ਇਹ ਚੀਜ਼ ਨਹੀਂ ਹੋਈ। ਇਨਫੈਕਟਡ ਵੌਂਡਸ ਹੈਗੇ ਸੀ ਪਰ ਜ਼ਖਮ ਕੀ ਸੀ, ਗੈਸ਼ ਸੀ ਸ਼ੋਲਡਰ ਦੇ ਵਿੱਚ, ਇੱਕ ਜ਼ਖਮ ਸੀ ਕੱਲਾ ਜਿਹੜੇ ਦੇ ਵਿੱਚ ਸੁੰਡ ਪੈ ਗਈ ਸੀ। ਤੇ ਉਹਦੇ ਬਚਣ ਵਾਸਤੇ ਉਹਨੇ ਕੀ ਕੀਤਾ, ਪਾਣੀ ਚਲ ਗਈ। ਤੇ ਪਾਣੀ ਦੇ ਵਿੱਚੋਂ ਸਭ ਤੋਂ ਵੱਡਾ ਖਤਰਾ ਕਿਹੜਾ ਸੀ ਵੀ ਉਹ ਸਾਰੇ ਖਤਰਿਆਂ ਨਾਲੋਂ ਵੱਡਾ ਖਤਰਾ ਕੀ ਸੀ, ਸਟਿੰਗ ਰੇਜ਼ ਜਿਹੜੀਆਂ ਵਿੱਚ ਲੁਕੀਆਂ ਬੈਠੀਆਂ ਨੇ। ਸੋ ਇਸ ਕਰਕੇ ਇੱਥੇ ਆਨਸਰ ਕੀ ਆਪਸ਼ਨ ਆ ਗਿਆ ਬੀ।
as the stream grew into a river swimming was the last only option। ਸੋ ਕਹਿੰਦੇ ਵੀ ਜਦੋਂ ਪਾਣੀ ਦੀ ਜਿਹੜੀ ਝਾਲ ਸੀ ਧਾਰ ਸੀ ਵੱਧ ਗਈ ਰਿਵਰ ਦੇ ਵਿੱਚ ਤਾਂ ਸਵੀਮਿੰਗ ਤੈਰਨਾ ਹੀ ਇੱਕ ਆਖਰੀ ਆਪਸ਼ਨ ਸੀ। ਹਾਊਐਵਰ ਹੇਅਰ ਇਨ ਅ ਡੀਪਰ ਵਾਟਰ देयर वर न्यू थ्रेट्स। ਸਗੋਂ ਜਦੋਂ ਡੂੰਘਾ ਪਾਣੀ ਜਾਈ ਗਿਆ ਉਵੇਂ ਉਵੇਂ ਖਤਰੇ ਹੋਰ ਵੀ ਹੋ ਗਏ ਸੀ। crocodile basking on the shores slipped silently into the river as she passed। ਸੋ crocodile ਕੀ ਕਰ ਰਹੇ ਧੁੱਪ ਸੇਕ ਰਹੇ ਬਾਸਕਿੰਗ ਧੁੱਪ ਸੇਕ ਰਹੇ ਸੀ ਕੰਡੇ ਦੇ ਉੱਪਰ ਤੇ ਸਲਿਪਡ ਸਾਇਲੈਂਟਲੀ ਇਨਟੂ ਦਾ ਵਾਟਰ। ਤਾਂ ਹੌਲੀ ਜੀ ਕਹਿੰਦਾ ਕੀ ਹੋ ਗਿਆ ਵਾਟਰ ਦੇ ਅੰਦਰ ਸਲਿਪ ਹੋ ਗਏ ਜਦੋਂ ਉਹ ਪਾਸ ਐਂਡ ਸ਼ੀ ਪਾਸਡ ਉਹ ਪਾਸ ਕਰ ਗਈ। ਜੁਲੇਨ trusted that they feared humans and were entering the river to hide। ਸੋ ਕੀ ਕਰੇ ਜੁਲੇਨ ਨੂੰ ਪਤਾ ਸੀ ਕਿ ਕਹਿੰਦੇ ਉਹ ਹਿਊਮਨ ਤੋਂ ਡਰਦੇ ਨੇ ਜਦੋਂ ਪਾਣੀ ਦੇ ਵਿੱਚ ਜਾਂਦੇ ਆ ਵਾਟਰ ਟੂ ਹਾਈਡ ਪਾਣੀ ਦੇ ਵਿੱਚ ਲੁੱਕ ਜਾਂਦੇ ਵੜ ਕੇ ਨਾ ਪਾਣੀ 'ਚ ਲੁੱਕ ਜਾਂਦੇ ਆ ਵੀ ਕੋਈ ਆ ਗਿਆ। she swam on ਤੇ ਉਹਨਾਂ ਦੇ ਉੱਤੋਂ ਦੀ ਉਹ ਤੈਰ ਕੇ ਲੰਘ ਗਈ। on the 10th day starving and barely conscious she spotted hut and a canoe। they belonged to 3 woodcutters working nearby। rescue was at hand। ਸੋ ਕੀ ਹੈ ਕਿ 10ਵੇਂ ਦਿਨ ਉਹ ਭੁੱਖਮਰੀ ਨਾਲ ਤੇ ਜਿਹੜੀ ਕਿ ਉਹਦੀ ਜ਼ਿਆਦਾ ਜਿਵੇਂ ਆਪਾਂ ਕੀ ਸੁੱਧ ਬੁੱਧ ਖੋ ਹੀ ਗਈ ਐਂਡ ਉਹਨੇ ਕੀ ਲੱਭਿਆ ਐਂਡ ਤੇ ਇੱਕ ਝੌਂਪੜੀ ਤੇ ਨਾਲ ਇੱਕ ਵੋਟ ਕਨੋਏ ਲੱਭੀ ਤੇ ਦੇ ਬਿਲੋਂਗ ਟੂ ਕੀ ਬਿਲੋਂਗ ਕਿੰਨਾ ਦੀ ਸੀ ਉਹ 3 ਵੁੱਡਕਟਰ ਰਹਿੰਦੇ ਸੀ ਉੱਥੇ ਕੰਮ ਕਰਦੇ ਸੀ। ਰੈਸਕਿਊ ਵਾਜ਼ ਐਟ ਹੈਂਡ ਸੋ ਉਹਨਾਂ ਨੇ ਉਹਨੂੰ ਬਚਾਇਆ। ਹੁਣ ਜਿਹੜਾ ਸੀ ਬਿਗੇਸਟ ਖਤਰਾ ਕਿਹੜਾ ਸੀ crocodile starvation stingrays infected wound। stingrays ਰਹਿ ਗਏ ਸੀ ਕਿਉਂਕਿ crocodile ਦਾ ਡਰ ਕੇ ਹੇਠਾਂ ਵੜ ਗਏ ਸੀ ਜਿਹੜੇ ਲੁੱਕੇ ਸੀ ਵੀ ਹਾਂ ਵੀ ਇਨਸਾਨਾਂ ਤੋਂ ਡਰਦੇ ਆ। starvation ਦੀ ਕੋਈ ਗੱਲ ਨਹੀਂ ਇਨਫੈਕਟਡ wound ਦੀ ਗੱਲ ਹੋਈ। the log was she lost in the jungle ਜੰਗਲ ਦੇ ਵਿੱਚੋਂ ਕਿੰਨੇ ਦਿਨ ਜਿਹੜੀ ਗੁੰਮੀ ਰਹੀ ਠੀਕ ਹੈ ਜੀ। on the 10th day starving ਸੋ on the 10th day ਉਹਨੂੰ ਕੀ ਹੈ ਕਿ ਲੱਭ ਗਈ ਜਗ੍ਹਾ। ਸੋ ਆਨਸਰ ਕੀ ਆ ਗਿਆ ਇੱਥੇ ਸੀ ਕਿਉਂਕਿ 10ਵੇਂ ਦਿਨ ਉਹਨੂੰ ਜਗ੍ਹਾ ਲੱਭ ਗਈ ਸੀ ਕੋਈ ਲੱਭ ਗਏ ਵੀ ਹਾਂ ਵੀ ਇੱਥੇ ਬੰਦੇ ਰਹਿੰਦੇ ਆ। ਨੈਕਸਟ ਹਾਊ ਵਾਸ ਸ਼ੀ ਫਾਈਨਲੀ ਰੈਸਕਿਊਡ ਸੋ ਕਿੱਦਾਂ ਬਚਾਈ ਗਈ। ਸਰਚ ਪਾਰਟੀ ਫਾਊਂਡ ਹਰ ਇਨ ਦ ਜੰਗਲ ਕੋਈ ਸਰਚ ਪਾਰਟੀ ਆਈ ਜੰਗਲ ਦੇ ਵਿੱਚ ਉਹਦੀ ਨਾ ਨੇਟਿਵ ਹੰਟਰ ਫਾਊਂਡ ਹਰ ਨੇਟਿਵ ਹੰਟਰ ਜਿਹੜੀ ਸ਼ਿਕਾਰੀਆਂ ਉਹਨੂੰ ਲੱਭਿਆ ਨਹੀਂ। ਸ਼ੀ ਸਿਗਨਲਡ ਅ ਪਲੇਨ ਫਰੋਮ ਦਾ ਰਿਵਰ ਉਹਨੇ ਨਹਿਰ ਦੇ ਵਿੱਚੋਂ ਸਿਗਨਲ ਦੇਤਾ ਪਲੇਨ ਨੂੰ ਦੀ ਕੋਈ ਗੱਲ ਹੋਈ ਨਹੀਂ। she reached a campsite along the river ਹਾਂਜੀ ਉਹ ਕੈਂਪਸਾਈਟ ਦੇ ਨਾਲ ਉੱਥੇ ਪਹੁੰਚ ਗਈ ਕੈਂਪਸਾਈਟ ਪਹੁੰਚ ਗਈ ਰਿਵਰ ਦੇ ਨਾਲ ਨਾਲ ਹਾਂਜੀ ਇਹਦਾ ਆਨਸਰ ਕੀ ਹੋ ਗਿਆ ਫਿਰ ਡੀ ਕਿਉਂਕਿ ਉਹ ਪਹੁੰਚ ਗਈ ਸੀ ਕੈਂਪਸਾਈਟ ਪਾਣੀ ਦੇ ਨਾਲ ਨਾਲ। ਨੈਕਸਟ ਕੁਐਸਚਨ ਦੇਖਦੇ ਹਾਂ। other survivors of the crash were found in the jungle ਕੋਈ ਹੋਰ ਸਰਵਾਈਵਰ ਉਹਨੂੰ ਮਿਲੇ ਸੀ ਜੰਗਲ ਦੇ ਵਿੱਚ ਉਹਦਾ ਕੱਲੀ ਸੀ। ਤੋ ਉੱਥੇ ਕੀ ਗੱਲ ਆ ਗਈ ਆਨਸਰ ਕੀ ਹੋ ਗਿਆ ਨੋ ਕਿਉਂਕਿ ਉੱਥੇ ਕੋਈ ਵੀ ਮਿਲਿਆ ਹੀ ਨਹੀਂ ਉਹਨਾਂ ਨੂੰ। ਤਾਂ ਨੈਕਸਟ ਕੀ ਹੈ ਆਪਣਾ ਕੁਐਸਚਨ ਜੁਲੇਨ ਵਾਜ਼ ਅਪਸੈਟ ਵੈਨ ਸ਼ੀ ਰੀਵਿਜ਼ਿਟਡ ਟੂ ਕ੍ਰੈਸ਼ ਸਾਈਟ ਹਾਲੇ ਦੀ ਕੋਈ ਗੱਲ ਨਹੀਂ ਹੋਈ। ਵਿੰਗਸ ਆਫ ਹੋਪ ਵਾਜ਼ ਦਾ ਨੇਮ ਗਿਵਨ ਮੈਮੋਰੀਅਲ ਸਟੈਚੂ ਇਹਦੀ ਕੋਈ ਗੱਲ ਹੋਈ। ਜੁਲੇਨ ਸਫਰਡ ਨਾਈਟਮੇਅਰਸ for many years as a result of her experience ਸੋ ਉਹਨੂੰ ਬੁਰੇ ਸੁਪਨੇ ਆਉਂਦੇ ਨੇ ਉਸ ਐਕਸਪੀਰੀਅੰਸ ਦੇ ਰਿਲੇਟਡ ਸੋ ਇਹਦੀ ਕੋਈ ਗੱਲ ਹੋਈ ਇਹ ਵੀ ਦੇਖਦੇ ਆਪਾਂ। for this year 46-year-old woman reliving such a traumatic experience on film must have been a great challenge। 46 ਸਾਲਾਂ ਦੀ ਜਿਹੜੀ ਵੂਮਨ ਸੀ ਜਦੋਂ ਦੁਬਾਰਾ ਰੀਲਿਵਿੰਗ ਹੁੰਦੀ ਹੈ ਕਿ ਬਚਦੀ ਆ ਤੇ ਬੜਾ ਵੱਡਾ ਐਕਸਪੀਰੀਅੰਸ ਸੀ ਤੇ ਜਿੰਦੇ ਕਰਕੇ ਕਹਿੰਦਾ ਬੜਾ ਵੱਡਾ ਚੈਲੰਜ ਵੀ ਸੀ ਇਹ ਫਿਲਮ ਨੂੰ ਬਣਾਉਣਾ। ਬਟ ਸ਼ੀ ਸ਼ੋਜ਼ ਲਿਟਲ ਇਮੋਸ਼ਨ ਸੋ ਉਹਨੇ ਕੀ ਕੀਤਾ ਕਹਿੰਦੇ ਛੋਟੇ ਛੋਟੇ ਇਮੋਸ਼ਨਸ ਦਿਖਾਏ ਵੀ ਜੋ ਹੋ ਗਿਆ ਠੀਕ ਆ। ਫਲਾਈਂਗ ਬੈਕ ਇਨਟੂ ਦ ਜੰਗਲ ਤੇ ਦੁਬਾਰਾ ਫਿਰ ਜੰਗਲ ਚ ਉੱਡ ਕੇ ਗਈ। ਸ਼ੀ ਸਿਟਸ ਇਨ ਦ ਸੇਮ ਸੀਟ 19F ਤੇ ਸੇਮ ਸੀਟ ਤੇ ਬੈਠੀ ਐਜ਼ ਔਨ ਦੈਟ ਫੇਟਫੁਲ ਡੇ ਜਿਵੇਂ ਕਿ ਉਸ ਬੁਰੇ ਦਿਨ ਬੈਠੀ ਸੀ। ਸ਼ੀ ਇਜ਼ ਡਿਸਪੁਆਇੰਟ ਅਨਇਮੋਸ਼ਨਲ ਐਂਡ ਡਿਸਕ੍ਰਾਈਬਿੰਗ ਦ ਫਲਾਈਟ ਤੇ ਉਹ ਕੋਈ ਪੈਸ਼ਨੇਟ ਨਹੀਂ ਸੀ ਡਿਸਪੈਸ਼ਨੇਟ ਵੀ ਨਹੀਂ ਹੈਗੀ ਸੀ ਨਾ ਇਮੋਸ਼ਨਲ ਸੀ ਤੇ ਉਹਦੇ ਨਾਲ ਕੀ ਹੋ ਗਿਆ ਡਿਸਕ੍ਰਾਈਬ ਕੀ ਕਰਦੀ ਫਲਾਈਟ ਦੇ ਬਾਰੇ। ਤਾਂ ਗਰਾਊਂਡ ਵੈਨ ਦੇ ਫਾਈਨਲੀ ਲੋਕੇਟ ਦਾ ਕ੍ਰੈਸ਼ ਸਾਈਟ ਡੈਂਸ ਜੰਗਲ ਸੋ ਉਹਨੇ ਸੰਘਣੇ ਜੰਗਲ ਦੇ ਵਿੱਚ ਜਦੋਂ ਕ੍ਰੈਸ਼ ਸਾਈਟ ਦੇਖੀ। ਜੁਲੇਨ ਇਜ਼ ਸਾਇੰਟਿਫਿਕ ਇਨ ਹਰ ਡਿਟੈਚਮੈਂਟ ਲੁਕਿੰਗ ਥਰੂ ਦਾ ਡੈਬਰਿਸ ਸੋ ਉਹਦੀ ਕੋਈ ਡਿਟੈਚਮੈਂਟ ਨਹੀਂ ਹੈਗੀ ਸੀ ਉੱਥੇ ਠੀਕ ਹੈ ਜੀ। ਉਸ ਦੇ ਵਿੱਚ ਕੋਈ ਵੀ ਚੀਜ਼ ਇਦਾਂ ਦੇ ਉਹਨੂੰ ਕਿ ਅਟਰੈਕਟ ਨਹੀਂ ਕੀਤਾ ਜਾਂ ਉਹਨੂੰ ਦੁਬਾਰਾ ਯਾਦ ਰਿਹਾ। ਨਾਓ ਬਰੀਡ ਅੰਡਰ ਡੈਂਸ ਵੈਜੀਟੇਸ਼ਨ ਸੋ ਹੁਣ ਕੀ ਹੋ ਗਿਆ ਸੀ
ਉਹ ਜੰਗਲ ਦੇ ਦਰਖਤਾਂ ਦੇ ਵਿੱਚ ਹੀ ਮਲਬਾ ਵਿੱਚ ਹੀ ਭਰਿਆ ਗਿਆ ਸੀ, ਮਲਬੇ ਨੂੰ ਕਵਰ ਕਰ ਲਿਆ ਦਰਖਤਾਂ ਦੇ ਉੱਪਰ। ਸ਼ੀ ਐਗਜ਼ਾਮਿਨਸ ਅ ਗਰਲਸ ਪਰਸ, ਤੇ ਉਹਨੇ ਇੱਕ ਗਰਲ ਦਾ ਪਰਸ ਜਿਹੜਾ ਵਿੱਚ ਪਿਆ ਸੀ ਉਹ ਪਛਾਣਿਆ। ਦਾ ਸਕੈਲਟਨ ਆਫ ਅ ਸੂਟਕੇਸ, ਤੇ ਇੱਕ ਸੂਟਕੇਸ ਦਾ ਜਿਹੜਾ ਗਲਿਆ ਹੋਇਆ ਸੂਟਕੇਸ ਪਿਆ ਹੋਣਾ, ਉਹਦਾ ਢਾਂਚਾ ਦੇਖ ਕੇ ਦੱਸਿਆ ਵੀ ਹਾਂ ਵੀ ਆਹ ਉਹ ਸੂਟਕੇਸ ਹੈਗਾ, ਮੈਨੂੰ ਯਾਦ ਆ ਗਿਆ। ਵਾਕਿੰਗ ਅਲੋਂਗ ਦਾ ਸਟਰੀਮ, ਤੇ ਉਹਦੇ ਨਾਲ ਨਾਲ ਜਿਹੜੀ ਉੱਥੇ ਪਾਣੀ ਦੀ ਧਾਰ ਸੀ ਉਹਦੇ ਨਾਲ ਨਾਲ ਤੁਰੇ। ਸ਼ੀ ਸਪੋਰਟਸ ਦਾ ਇੰਜਨ ਵਿੱਚ ਸ਼ੀ ਰਿਮੈਂਬਰਸ ਪਾਸਿੰਗ ਔਨ ਦਾ ਥਰਡ ਡੇ, ਤੇ ਉਹਨੇ ਉਹ ਵੀ ਦੇਖਿਆ ਵੀ ਜਿਹੜਾ ਤੀਜੇ ਦਿਨ ਉਹਨੂੰ ਉੱਥੇ ਲੱਭਿਆ ਸੀ ਇੰਜਨ, ਤੇ ਉਹ ਦੇਖਿਆ ਹਰ ਆਰਮ ਐਂਡ ਲੈਗ ਆਰ ਕਵਰਡ ਵਿਦ ਮੋਸਕੀਟੋਜ਼, ਤੇ ਉਹਦੀ ਜਿਹੜੀ ਲੈਗ ਤੇ ਬਾਂਹ ਸੀ ਉਹ ਸਾਰੀ ਮੱਛਰਾਂ ਨਾਲ ਭਰੀ ਹੋਈ ਸੀ। ਬਟ ਸ਼ੀ ਸੀਮਸ ਟੂ ਇਗਨੋਰ ਆਲ ਡਿਸਕੰਫਰਟ, ਸੋ ਸਾਰੀਆਂ ਜਿਹੜੀਆਂ ਪ੍ਰੋਬਲਮ ਸੀ ਉਹਨਾਂ ਨੂੰ ਇਗਨੋਰ ਮਾਰਿਆ ਉਸ ਟਾਈਮ ਦੀ ਉਹਨੂੰ। ਦੈਨ ਬੈਕ ਇਨ ਦਾ ਟਾਊਨ ਸਟੈਂਡਿੰਗ ਇਨ ਦਾ ਫਰੰਟ ਆਫ ਮੋਨੂਮੈਂਟ, ਤੇ ਬੈਕ ਟਾਊਨ ਦੇ ਵਿੱਚ ਆਈ ਤੇ ਫਰੰਟ ਤੇ ਕਿੱਥੇ ਖੜੀ, ਸਟੈਂਡਿੰਗ ਫਰੰਟ ਆਫ ਦਾ ਮੋਨੂਮੈਂਟ ਇਰੈਕਟਡ ਇਨ ਦਾ ਮੈਮੋਰੀ ਆਫ ਵਿਕਟਮ ਆਫ ਦਾ ਕ੍ਰੈਸ਼। ਸੋ ਉਸ ਕ੍ਰੈਸ਼ ਦੇ ਵਿੱਚ ਜਿਹੜੀ ਉਹ ਬਚੀ ਸੀ ਉਹਦਾ ਨਾਮ ਤੇ ਇੱਕ ਮੋਨੂਮੈਂਟ ਤਿਆਰ ਕੀਤਾ ਗਿਆ ਇੰਟਾਈਟਲ ਅਲਾਜ਼ ਡੀ ਐਸਪ੍ਰੈਂਜ਼ਾ। ਸੋ ਉਹਨਾਂ ਨੇ ਇੰਟਾਈਟਲ ਕੀ ਕੀਤਾ, ਵਿੰਗਸ ਆਫ ਹੋਪ ਦੇ ਨਾਂ ਤੇ। ਉੱਥੇ ਜੁਲੇਨ ਕਮੈਂਟਸ ਸਿੰਪਲੀ he emerged as the sole embodiment of hope from this disaster। ਸੋ ਉਹਨੇ ਕੀ ਚੀਜ਼ ਦੱਸੀ ਕਿ ਉਹ ਕੱਲੀ ਸੀ ਜਿਹੜੀ ਇਸ ਡਿਜ਼ਾਸਟਰ ਦੇ ਵਿੱਚ ਬਚੀ। ਨੈਕਸਟ ਕੀ ਆ, ਜੁਲੇਨ ਵਾਜ਼ ਅਪਸੈਟ ਵੈਨ ਸ਼ੀ ਰੀਵਿਜ਼ਿਟਡ, ਸੋ ਥੋੜੀ ਮੋਟੀ ਕਹਿੰਦੇ ਪਰੇਸ਼ਾਨ ਦੇਖੀ, ਥੋੜਾ ਮੋਟਾ ਸੀ ਨਹੀਂ। ਸੋ ਇੱਥੇ ਆਨਸਰ ਕੀ ਆ ਗਿਆ, ਨੋ। ਠੀਕ ਹੈ, ਵਿੰਗਸ ਆਫ ਹੋਪ ਇਜ਼ ਦਾ ਨੇਮ ਗਿਵਨ ਟੂ ਦਾ ਮੈਮੋਰੀਅਲ ਸਟੈਚੂ, ਤਾਂ ਵਿੰਗਸ ਆਫ ਹੋਪ ਜਿਹੜਾ ਨਾਮ ਦਿੱਤਾ ਸੀ ਇਹਦਾ ਆਨਸਰ ਕੀ ਹੋ ਗਿਆ, ਜੈਸ। ਨੈਕਸਟ ਦੇਖਦੇ ਆ, ਜੁਲੇਨ ਸਫਰਡ ਅ ਨਾਈਟਮੇਅਰ ਫॉर ਮੈਨੀ ਈਅਰਸ ਐਜ਼ ਅ ਰਿਜ਼ਲਟ ਆਫ ਹਰ ਐਕਸਪੀਰੀਅੰਸ, ਸੋ ਉਹਦੀ ਕੋਈ ਗੱਲ ਹੋਈ, ਨੋਟ ਗਿਵਨ। ਠੀਕ ਹੈ ਜੀ।